ਸ਼ਾਇਦ ਸਭ ਇੱਕ ਗੱਲ ਦਾ ਕਨਫਿਊਜ਼ਨ ਹੈ, ਬੜੇ ਦਿਨਾਂ ਤੋਂ ਅਸੀਂ ਲਫ਼ਜ਼ ਬੜਾ ਸੁਣਦੇ ਹਾਂ, ਸਮਝ ਨਹੀਂ ਆਉਂਦੀ ਕਿ ਮੈਂ ਇਸ ਦੋਵਾਂ ਨੂੰ ਨਾ ਜੋੜ ਲੈਂਦੇ ਨੇ ਨਾ। ਇੱਕ ਹੈ ਬਦਮਾਸ਼, ਇੱਕ ਹੈ ਭਲਵਾਨ, ਕੀ ਫਰਕ ਹੈ ਇਹਨਾਂ ਵਿੱਚ? ਫਰਕ ਇਹ ਹੈਗਾ ਬੋੜਾ ਸਾਹਿਬ, ਸਵਾਲ ਤੁਹਾਡਾ ਵਾਕਈ ਬੜਾ ਦਿਲਚਸਪ ਹੈ। ਜਦੋਂ ਅਸੀਂ ਮੈਨੂੰ ਪ੍ਰੋਗਰਾਮ ਤੋਂ ਪਹਿਲੇ ਗੱਲ ਕਹੀ ਨਾ, ਮੈਂ ਖੁਦ ਸੋਚੀ ਪੈ ਗਿਆ ਮੈਂ ਕੀ ਜਵਾਬ ਦਿਆਂ, ਲੇਕਿਨ ਖੈਰ ਮੈਂ ਜਵਾਬ ਤਾਂ ਮੈਂ ਦੇਣਾ ਹੁੰਦਾ ਜੋ ਮੇਰੀ ਅਕਲ, ਮੈਂ ਜ਼ਰੂਰੀ ਤਾਂ ਨਹੀਂ ਮੈਂ ਪਬਲਿਕ ਦੀ ਮਰਜ਼ੀ ਦਾ ਮੁਤਾਬਕ ਜਵਾਬ ਦੇਣਾ, ਮੈਂ ਤਾਂ ਉਹ ਜਵਾਬ ਦੇਣਾ ਤਜਰਬਾ ਡੈਪਥ ਕੀ ਹੈ ਇਸ ਗੱਲ ਦੀ, ਐਕਚੁਅਲ ਫਰਕ ਕੀ ਹੈ? ਅਸਲ 'ਚ ਨਾ ਜਿਹੜਾ ਪਹਿਲਵਾਨ ਦਾ ਲਫ਼ਜ਼ ਹੈ ਨਾ, ਅਬਦੁਰ ਰਹਿਮਾਨ ਸਾਹਿਬ, ਮੈਂ 2-3 ਪ੍ਰੋਗਰਾਮਾਂ 'ਚ ਜ਼ਿਕਰ ਕੀਤਾ ਹੈ। ਜਦੋਂ ਅਸੀਂ ਛੋਟੇ ਹੁੰਦੇ ਹਾਂ, ਛੋਟਾ ਭਾਈ ਕੋਈ ਰੋਂਦਾ ਸੀ ਨਾ, ਤੇ ਮੇਰੀ ਵਾਲਦਾ ਨੇ ਮੈਨੂੰ ਕਹਿਣਾ ਇਹਨੂੰ ਲੈ ਕੇ ਜਾ ਮਸਜਿਦ ਦੇ, ਕਹਿਣਾ ਨਮਾਜ਼ ਪੜ੍ਹ ਕੇ ਨਿਕਲਣਗੇ ਤੇ ਉਹਨਾਂ ਕੋਲੋਂ ਫੂਕ ਮਰਵਾਈ। ਅਸੀਂ ਜਾ ਕੇ ਸਿਰਫ ਬੱਚਾ ਲੈ ਕੇ ਖੜਾ ਹੋਣਾ, ਮੈਂ ਆਪਣੇ ਛੋਟੇ ਭਰਾਵਾਂ ਨੂੰ ਸਰਫਰਾਜ਼ ਨੂੰ ਆਰਫਾਂ 'ਚ ਲਗਿਆ ਹਾਂ, ਤੇ ਉੱਥੇ ਲਿਜਾ ਕੇ ਮੌਲਵੀਆਂ ਨੇ ਨਮਾਜ਼ ਪੜ੍ਹ ਕੇ ਬਾਹਰ ਨਿਕਲਣਾ। ਉਹਨਾਂ ਨੂੰ ਪਤਾ ਹੁੰਦਾ ਸੀ ਕਿ ਬੱਚਾ ਰੋ ਰਿਹਾ ਤੇ ਹੁੰਦਾ, ਉਹਨਾਂ ਫੂਕਾਂ ਮਾਰਦੇ ਜਾਣਾ ਤੇ ਬੱਚੇ ਨੇ ਚੁੱਪ ਕਰ ਜਾਣਾ। ਇਹ ਤੇ ਉਹ ਦੌਰ ਹੈ ਜਿਹੜਾ ਅਸੀਂ ਦੇਖਿਆ। ਇਸ ਤੋਂ ਪਿਛਲਾ ਦੌਰ ਪਤਾ ਕੀ ਸੀ? ਖਾੜੇ 'ਚ ਪਹਿਲਵਾਨ ਖਾੜੇ ਹੁੰਦੇ ਸਨ। ਇਹ ਜਿਹੜਾ ਬਦਮਾਸ਼ ਦਾ ਲਫ਼ਜ਼ ਹੈ ਨਾ, ਲਾਹੌਰ ਸ਼ਹਿਰ ਲਈ, ਇਹ ਅੰਦਰੂਨ ਸ਼ਹਿਰ ਤੋਂ ਨਿਕਲਿਆ ਹੈ। ਹੁਣ ਇਹ ਲਫ਼ਜ਼ ਇਜਾਦ ਕਿੱਥੋਂ ਹੋਇਆ? ਜਿਸ ਤਰ੍ਹਾਂ ਗੈਂਗ, ਤੁਹਾਨੂੰ ਕਿੱਡੀ ਵੱਡੀ ਗੱਲ ਤੁਹਾਡੇ ਚੈਨਲ 'ਚ ਮੈਂ ਦੱਸਣ ਲੱਗਾ, ਗੈਂਗ ਦਾ ਲਫ਼ਜ਼ FIR ਦੇ ਵਿੱਚ ਲਾਹੌਰ 'ਚ ਪਹਿਲੀ FIR ਕਿਹੜੀ ਸੀ? ਬੰਗਾਲੀ ਗੈਂਗ। ਉਹ ਉਮਰ ਵਿਰਕ ਸਾਹਿਬ ਨੇ ਗੈਂਗ ਫੜਨਾ ਸ਼ੁਰੂ ਕੀਤਾ। ਫਿਆਜ਼ ਮਲਕ ਸਾਹਿਬ DSP ਜਿਹੜੇ ਸਨ, ਫਿਆਜ਼ ਟੁੰਡਾ ਜਿਹਨਾਂ ਨੂੰ ਕਹਿੰਦੇ ਨੇ, ਉਹਨਾਂ ਨੇ ਹਰਬੰਸਪੁਰੇ ਤੋਂ ਸਾਰਾ ਇਸ ਤਰ੍ਹਾਂ ਉਮਰ ਵਿਰਕ ਸਾਹਿਬ ਟੀਮਾਂ। ਅੱਛਾ, ਹੁਣ ਤੁਸੀਂ ਦੇਖੋ ਪਹਿਲਵਾਨ ਤੇ ਬਦਮਾਸ਼, ਇਹੀ ਸਵਾਲ ਹੈ ਨਾ, ਫਰਕ ਕੀ ਹੈ? ਸ਼ਾਹੀਆ ਪਹਿਲਵਾਨ ਸੀ, ਯਾਨੀ ਪਹਿਲਵਾਨ ਇਹਦੇ ਨਾ ਅਸੀਂ ਤੇ ਪਹਿਲਵਾਨ ਦਾ ਮਤਲਬ ਜਿਹੜੇ ਖਾੜੇ ਦੇ ਪਹਿਲਵਾਨ ਸਨ, ਗਾਮਾ ਪਹਿਲਵਾਨ, ਰੁਸਤਮ ਪਹਿਲਵਾਨ, ਉਹ ਪਹਿਲਵਾਨ ਸਨ। ਉਹ ਪਹਿਲਵਾਨ ਨੇ, ਪਹਿਲਵਾਨ ਸਨ। ਪੇ ਹੈ ਲਾਮ ਬਾਓ ਅਲਫ ਤੇ ਨੂਨ। ਇਹ ਪਹਿਲਵਾਨ ਜਿਹੜਾ ਹੋਇਆ ਨਾ, ਇਹ ਅਖਾੜੇ 'ਚ ਗਿਆ ਤੇ ਪਹਿਲਵਾਨ ਕੋ ਆਉਂਦਾ। ਜਿਹੜਾ ਪਹਿਲਵਾਨ ਹੈ ਨਾ, ਇਹ ਵਿੱਚੋਂ ਹੇ ਤੇ ਗਾਇਬ ਹੋ ਗਈ। ਇਹ ਉਹ ਪਹਿਲਵਾਨ ਦੀ ਦੂਸਰੀ ਫਾਰਮ ਹੈ, ਯਾਨੀ ਉਹ ਪਹਿਲਵਾਨ ਦੀ ਦੂਸਰੀ ਫਾਰਮ ਸਮਝਦੇ ਨਾ, ਉਹ ਜਿਹਦਾ ਪਰਸੂ ਪਰਸਾ ਪਰਸਰਾਮ, ਇਹ ਉਸ ਤਰ੍ਹਾਂ ਦੀ ਯਾਨੀ ਹਿਸਾਬ ਹੈਗਾ। ਭਵਾਨ 'ਚੋਂ ਪੇ ਜਦੋਂ ਉੱਡੀ ਨਾ, ਪਹਿਲਵਾਨ 'ਚੋਂ ਹੇ ਗਾਇਬ ਹੋਈ, ਉਹ ਖਾਨਾ ਨੰਬਰ 2 ਵਾਲੇ ਆ ਗਏ ਨਾ ਭਵਾਨ। ਹੁਣ ਇਹ ਜਿਹੜਾ ਹੁੰਦਾ ਹੈ, ਮੈਂ ਕਈ ਦਫਾ ਗਿਆ ਕਿਸੇ ਜਗ੍ਹਾ 'ਤੇ, ਪਤਾ ਲੱਗਾ ਜੀ ਫਲਾਣੇ ਪਹਿਲਵਾਨ ਸਾਹਿਬ ਆ ਰਹੇ ਨੇ। ਮੈਂ ਗਿਆ ਨਾ, ਮੈਂ ਇਨਵਾਈਟਡ ਹਾਂ, ਉੱਥੇ ਇੱਕ ਹੋਰ ਪਹਿਲਵਾਨ ਸਾਹਿਬ ਇਨਵਾਈਟਡ ਹੈ, ਅਤੇ ਮੈਂ ਹੁਣ ਪਹਿਲਵਾਨ ਦਾ ਨਾਮ ਸੁਣਿਆ, ਮੈਂ ਜਾਣਨਾ, ਮੈਂ ਉਸ ਮੇਜ਼ਬਾਨ ਜਿਹਦੇ ਕੋਲ ਮੈਂ ਵੀ ਮਧੂ ਹਾਂ, ਜਿੱਥੇ ਮੈਂ ਵੀ ਗਿਆ, ਅਤੇ ਪੁੱਛਿਆ ਯਾਰ ਕੀ ਇੰਤਜ਼ਾਮ ਹੋਏਗਾ? ਮਾਸ਼ਾ ਅੱਲਾਹ ਫਲਾਣਾ ਪਹਿਲਵਾਨ ਵੀ ਆ ਰਿਹਾ। ਅਤੇ ਉਹ ਪਹਿਲਵਾਨ ਨਹੀਂ ਹੈਗਾ, ਉਹ ਕ੍ਰਿਮੀਨਲ ਹੈ, ਬਦਮਾਸ਼ ਹੈ, ਉਹਦੇ ਤੋਂ ਮੁਕੱਦਮੇ ਨੇ, ਉਹਨੇ ਕਬਜ਼ੇ ਕੀਤੇ, ਉਹਨੇ ਬੜਾ ਕੁਛ ਕੀਤਾ ਹੈ। ਉਹ ਤਾਰਫ ਕੀ ਕਰਵਾ ਰਿਹਾ ਕਿ ਜੀ ਪਹਿਲਵਾਨ ਆ ਰਹੇ ਨੇ, ਮੈਂ ਕਿਹਾ ਬਾਰਡਰ ਪਹਿਲਵਾਨ ਆ ਰਿਹਾ, ਬਾਰਡਰ ਭਲਵਾਨ ਆ ਰਿਹਾ। ਤੇ ਮੈਂ ਕਿਹਾ ਯਾਰ ਬਾਰਡਰ ਭਲਵਾਨ ਜਿਹੜਾ ਤੇ ਬਦਮਾਸ਼ ਹੈਗਾ, ਤੇ ਤੂੰ ਕੀ ਕਹਿੰਦੇ ਨੇ ਉਹਦੀਆਂ ਭਲਵਾਨ ਕਹਿੰਦੇ ਆ। ਉਹਨੇ ਕਿਹਾ ਨਹੀਂ, ਉਹ ਭਲਵਾਨ ਹੈ, ਉਹ ਹੈਗਾ ਭਲਵਾਨ ਹੈ, ਯਾਨੀ ਤਾਰਫ ਉਹਦਾ ਭਲਵਾਨ ਹੈ, ਕਾਰੋਬਾਰ ਉਹਦਾ ਬਦਮਾਸ਼ੀ ਹੈ। ਗੱਲ ਸਮਝ ਆ ਰਹੀ? ਯਾਨੀ ਕਾਰੋਬਾਰ, ਇਹ ਨਹੀਂ ਕਹਿ ਰਿਹਾ ਕਿ ਉਹਦਾ ਕਾਰੋਬਾਰ, ਲੇਕਿਨ ਮਹਿਸੂਸ ਇਹੀ ਹੋ ਰਿਹਾ ਨਾ ਗੱਲ ਤੋਂ ਕਿ ਜੀ ਉਹ ਕਬਜ਼ੇ ਕਰਨਾ, ਤੇ ਉਹ ਦੇਖੋ ਜੀ ਉਹਦਾ ਕਾਰੋਬਾਰ ਹੈ, ਲੇਕਿਨ ਉਹਦਾ ਨਾਮ ਯੂਸਫ ਭਲਵਾਨ ਹੈ, ਉਹ ਫਲਾਣਾ ਪਹਿਲਵਾਨ ਦਾ। ਤੁਹਾਡਾ ਕਹਿਣ ਦਾ ਮਕਸਦ ਹੈਗਾ ਕਿ ਹੁਣ ਕਿਉਂਕਿ ਬਦਮਾਸ਼ ਬੁਰਾ ਲਫ਼ਜ਼ ਹੈ, ਹੁਣ ਇਹ ਨਹੀਂ ਕਹਿ ਸਕਦੇ ਕਿ ਫਲਾਣਾ ਬਦਮਾਸ਼ ਆ ਰਿਹਾ। ਅੱਛਾ, ਉਸ ਬਦਮਾਸ਼ ਨੂੰ ਭਲਵਾਨ ਬਣਾ ਦਿੰਦੇ ਨੇ, ਭਲਵਾਨ ਆ ਰਿਹਾ, ਫਲਾਣਾ ਪਹਿਲਵਾਨ ਆ ਰਿਹਾ, ਪਹਿਲਵਾਨ ਵਿੱਚੋਂ ਹੈਗਾ। ਹੁਣ ਬਦਮਾਸ਼ ਕਹਿ ਨਹੀਂ ਸਕਦੇ, ਉਹ ਬਦਮਾਸ਼ ਕਹਿ ਨਹੀਂ ਸਕਦੇ, ਬਦਮਾਸ਼ ਦਾ ਤਾਰਫ ਕੀ ਕਰਵਾਈਏ ਅਸੀਂ, ਪਹਿਲਵਾਨ ਬਣਾ ਦਿੰਦੇ ਨੇ ਪਹਿਲਵਾਨ ਤੇ ਬਦਮਾਸ਼। ਅੱਛਾ, ਹੁਣ ਹੋਇਆ ਕੀ? ਸ਼ਾਹੀਆ ਜਿਹੜਾ ਸੀ ਨਾ ਪਹਿਲਵਾਨ, ਇਹ ਹੈਗਾ ਸੀ ਤਲਵਾਰਬਾਜ਼, ਯਾਨੀ ਵੈਸੇ ਵੀ ਜਤੀ ਸਤੀ ਸੀ ਔਰ ਜ਼ੋਰਾਵਰ ਅਖਾੜੇ ਦਾ ਪਹਿਲਵਾਨ ਸੀ। ਇਹਦੇ ਨਾਲ ਹਿੰਦੁਸਤਾਨ ਦੀ ਪਾਰਟੀਸ਼ਨ ਤੋਂ ਪਹਿਲੇ ਜਦੋਂ ਕਰਾਰਦਾਦ ਪਾਕਿਸਤਾਨ ਮਨਜ਼ੂਰ ਹੋਈ ਨਾ, ਇਹਨੂੰ ਜੋ ਮੇਰੀ ਤਲਾਤ ਦੇ ਮੁਤਾਬਿਕ ਚੁੱਕਾ ਪ੍ਰੋਗਰਾਮ ਵੀ ਕੀਤਾ, ਸ਼ਾਇਦ ਕੋਈ ਮੈਂ ਐਸੇ ਗੱਲ ਕੋਈ ਐਸੀ ਉਨੀ ਵੀ ਹੋ ਜਾਏ, ਲੇਕਿਨ ਮੈਂ ਸ਼ਾਹੀਆ ਪਹਿਲਵਾਨ ਮੀਆਂ ਯੂਸਫ ਸਲਾਉਦੀਨ ਸਾਹਿਬ ਦੇ ਵਾਲਿਦ ਸਾਹਿਬ, ਉਹਦੇ ਇਲਾਵਾ ਅੱਛਾ ਸ਼ੂਕਰ ਵਾਲਾ ਦਾ ਗਾਲਬਨ ਵਾਲਿਦ ਔਰ ਯਾਸਿਨ ਬੰਬੇ ਵਾਲਾ, ਇਹ ਸਿਰ ਕੱਢਵੇਂ ਯਾਨੀ ਪਹਿਲਵਾਨ ਸਨ। ਪਹਿਲਵਾਨ ਅਖਾੜਿਆਂ ਦੇ, ਇਹਨਾਂ ਨੇ ਜ਼ੋਰ, ਇਹਨਾਂ ਨੇ ਇੰਦੇ ਕੰਮ ਕੀਤੇ ਨੇ। ਹੁਣ ਇਹ ਦੌਰ ਤੋਂ ਪਿੱਛੇ ਦੀ ਚਲੇ ਜਾਓ, ਤੇ ਇਸ ਤੋਂ ਪਿਛਲੇ ਜਿਹੜੇ ਪਹਿਲਵਾਨ ਸਨ ਨਾ, ਉਹ ਬਾਦਸ਼ਾਹਾਂ ਨੇ ਰੱਖੇ ਸਨ। ਉਹਨਾਂ ਦਾ ਮਕਸਦ ਕੀ ਸੀ? ਉਹ ਮੇਰੀਆਂ ਪ੍ਰੋਗਰਾਮ ਫੈਮਲੀਆਂ 'ਚ ਦੇਖਿਆ ਜਾਂਦਾ, ਉਦੋਂ ਇਹ ਗਲਤ ਫਿਲਮਾਂ ਨਹੀਂ ਸਨ ਹੁੰਦੀਆਂ, ਤੇ ਬਾਦਸ਼ਾਹ ਆਪਣੇ ਆਪ ਨੂੰ ਮੈਂਟਲੀ ਸੈਟਿਸਫੈਕਸ਼ਨ ਲਈ ਨਾ ਆਪਣੇ ਉਹ ਪਹਿਲਵਾਨ ਜਿਹੜੇ ਉਹਨਾਂ ਨੇ ਕਿਲੇ 'ਚ ਰੱਖੇ ਸਨ, ਤਾਰੀਖ ਪੜ੍ਹ ਕੇ ਦੇਖ ਲਓ ਸੀ,
ਇਹਨਾਂ ਨੂੰ ਉਹਨਾਂ ਨੇ ਕਿਲਿਆਂ 'ਚ ਰੱਖਿਆ ਹੋਣਾ, ਖਾਣਾ ਪੀਣਾ ਤੇ ਜ਼ੋਰ ਅਜ਼ਮਾਈ ਨਾਲ ਕਰਾਣੀ ਜੀ। ਉਹ ਬਾਹਰੋਂ ਦੂਸਰੇ ਮੁਲਕ ਦਾ ਭਲਵਾਨ ਆਣਾ ਬਾਦਸ਼ਾਹ ਤੇ ਉਹਨੂੰ ਉਹਦੇ ਭਲਵਾਨਾਂ ਨੇ ਲੜਾਣਾ, ਇਹ ਸ਼ੌਕ ਸਨ ਬਾਦਸ਼ਾਹ ਆਪ ਵੀ ਮੇਰੇ ਭਲਵਾਨ ਜਿੱਥੇ ਮੇਰੀ ਤਾਕਤ ਵਾਲਾ। ਤੇ ਦੂਸਰਾ ਕੰਮ ਇਹਨਾਂ ਕੋਲੋਂ ਉਹ ਲੈਂਦੇ ਸਨ ਆਪਣੇ ਆਪ ਨੂੰ ਮੈਂਟਲੀ ਥੋੜਾ ਸੈਟਿਸਫੈਕਸ਼ਨ ਦੀ ਨੀਅਤ ਨਾਲ ਕਰਕੇ ਤੇ ਫਿਰ ਉਸ ਤੋਂ ਬਾਅਦ ਆਪਣੇ ਨੇ ਜਾ ਕੇ ਜੋ ਵੀ ਇਹਨਾਂ ਨੇ ਰੰਗ ਰਲੀਆਂ ਮਨਾਉਣੀਆਂ। ਉਸ ਤੋਂ ਬਾਅਦ ਇਹ ਸ਼ਾਹੀਆ ਪਹਿਲਵਾਨ ਯਾਨੀ ਉਸ ਤੋਂ ਬਾਅਦ ਬਦਲਿਆ ਤੇ ਇਹ ਆ ਗਏ। ਹੁਣ ਇਹ ਜਦੋਂ ਆਏ ਨਾ ਤੇ ਉਦੋਂ ਕਰਾਰਦਾਦ ਪਾਕਿਸਤਾਨ ਪੇਸ਼ ਕਰ ਰਹੀ ਸੀ ਤੇ ਉਦੋਂ ਮੁਸਲਮਾਨਾਂ ਜਿਹੜੇ ਨਾ ਇਹਨਾਂ ਲਈ ਸਮਝ ਲਓ ਕਿ ਇਹ ਤੇ ਉਹਨਾਂ ਨੂੰ ਗੱਲਾਂ ਬੱਚਿਆਂ ਨੂੰ ਸੁਣਾਓ ਕਿ ਤੁਹਾਨੂੰ ਆਜ਼ਾਦੀ ਮਿਲੀ ਕਿਸ ਤਰ੍ਹਾਂ ਲੱਗ ਪਤਾ ਜਾਵੇ। ਬੜੀਆਂ ਕੁਰਬਾਨੀਆਂ, ਮੁਸਲਮਾਨਾਂ ਨੂੰ ਕਤਲੇ-ਆਮ ਦਾ ਐਲਾਨ ਸੀ ਸਿੱਖਾਂ ਦੇ ਕੋਈ ਜਿਹੜਾ ਮੁਸਲਮਾਨ ਨਜ਼ਰ ਆਵੇ ਕਮਜ਼ੋਰ ਸਨ ਕਿ ਵੀ ਆਹੋ ਬਹੁਤ ਇਹਨਾਂ ਨੂੰ ਕਰਾਰਦਾਦ ਪਾਕਿਸਤਾਨ ਪੇਸ਼ ਕਰਨ ਲਈ ਜਲਸੇ ਦੀਆਂ ਕੁਰਸੀਆਂ, ਅਰੇਂਜਮੈਂਟ, ਸਪੀਕਰ, ਦਰੀਆਂ ਨਹੀਂ ਦੇਣੀਆਂ, ਤੰਬੂ ਨਹੀਂ ਲੱਗਣੇ, ਕਿਤੇ ਬੰਦੇ ਇਕੱਠੇ ਨਹੀਂ ਹੁੰਦੇ ਨੇ ਨਹੀਂ ਹੁੰਦੇ। ਉਹ ਜਿਹੜੇ ਮੁਸਲਮਾਨਾਂ ਨੂੰ ਉਹਨਾਂ ਦੀ ਗਰਦਨਾਂ ਲਾਦੀਆਂ ਉਸ ਦੌਰ 1940 40 45 46 ਤੇ ਹੁਣ ਤੁਸੀਂ ਅੰਦਾਜ਼ਾ ਲਾਓ ਕਿ ਇਹਨਾਂ ਚਾਰ ਬੰਦਿਆਂ ਨੇ ਨਾ ਆਪਣੀ ਤਾਕਤ ਦੇ ਜ਼ੋਰ ਤੇ, ਆਪਣੀ ਪਹਿਲਵਾਨੀ ਦੇ ਜ਼ੋਰ ਤੇ, ਆਪਣੀ ਸਮਝ ਲਓ ਹੁੱਬੁਲ ਵਤਨੀ ਕਹਿ ਲਓ ਜਾਂ ਜੋ ਵੀ ਤੁਸੀਂ ਉਹਨੂੰ ਕਹਿ ਲਓ, ਇਹਨਾਂ ਚਾਰ ਬੰਦਿਆਂ ਨੇ ਅੱਗੇ ਬੰਦਿਆਂ ਨੂੰ ਕਿਹਾ ਕਿ ਕੁਰਸੀਆਂ ਮੇਜ਼ਾਂ ਸਾਰਾ ਬਿਹਤਰੀਨ ਇੰਤਜ਼ਾਮ ਕਰਵਾਇਆ। ਹੁਣ ਜਦੋਂ ਬਾਰਡਰ ਸਾਹਿਬ ਕਰਾਰਦਾਦ ਪਾਕਿਸਤਾਨ ਦਾ ਉੱਥੇ ਜਲਸਾ ਕਿਤੇ ਹੋਇਆ ਨਾ, ਉਸ ਜਲਸੇ ਤੋਂ ਬਾਅਦ ਜਿਹੜੇ ਆਰਗੇਨਾਈਜ਼ਰ ਸਨ ਜਿਨ੍ਹਾਂ ਨੇ ਸਭ ਕੁਝ ਮੈਨੇਜ ਕੀਤਾ, ਜ਼ਾਹਿਰ ਕਾਇਦੇ ਨੂੰ ਸ਼ਾਹੀਆ ਨਹੀਂ ਮਿਲਿਆ ਹੋਣਾ। ਉਹਨੇ ਪੁੱਛਿਆ ਵੀ ਕਿਵੇਂ ਤੁਸੀਂ ਕਰ ਲਿੱਤਾ, ਕਿਸ ਤਰ੍ਹਾਂ ਕੀਤਾ ਹੋਗਾ ਜੀ ਬਾਰਡਰ ਨੇ ਫਲਾਣੇ ਸ਼ਾਹੀਆ ਪਹਿਲਵਾਨ ਨੇ। ਉਹਨੇ ਕਿਹਾ ਯਾਰ ਜਾ ਕੇ ਉਹਨਾਂ ਨੂੰ ਪੁੱਛੋ ਕਿ ਤੁਹਾਨੂੰ ਕੀ ਚਾਹੀਦਾ, ਜੋ ਤੁਹਾਨੂੰ ਫ੍ਰੀ ਹੈ ਤੁਹਾਨੂੰ ਫ੍ਰੀ ਹੈ, ਸਾਡੇ ਨਾਲ ਤੁਸੀਂ ਬਹੁਤ ਅੱਛਾ ਕੰਮ ਕੀਤਾ, ਕੀ ਕਰਨਾ ਚਾਹੁੰਦੇ ਹੋ। ਉਦੋਂ ਪਾਕਿਸਤਾਨ ਬਣ ਚੁੱਕਿਆ ਸੀ। ਉਦੋਂ ਪੁੱਛਿਆ ਗਿਆ ਕਿ ਵੀ ਉਹਨਾਂ ਪੁੱਛਿਆ ਕੁਰਬਾਨੀਆਂ। ਸ਼ਾਹੀਆ ਪਹਿਲਵਾਨ ਭੋਲਾ ਭਾਲਾ ਆਦਮੀ ਸੀ। ਹੁਣ ਉਹਨਾਂ ਦੀ ਨਸਲ ਅੱਜ ਵੀ ਮਾਸ਼ਾਅੱਲਾ ਸਾਰੇ ਅੱਛੇ ਨੇ, ਬੜਾ ਵੱਡਾ ਨਾਮ ਹੈ। ਔਰ ਪਹਿਲਵਾਨੀ ਜੋ ਬਦਮਾਸ਼ੀ ਦਾ ਲਫ਼ਜ਼ ਮਿਕਸ ਕਰਨ ਵਾਲਾ ਖਾਨਦਾਨ ਹੈ ਵੇ, ਉਹ ਇਹਨਾਂ ਨੇ ਨਹੀਂ ਮਿਕਸ ਕੀਤਾ। ਖਾਨਦਾਨ ਅੱਛਾ ਹੈ ਲੇਕਿਨ ਉਹ ਮਿਕਸ ਹੋ ਗਿਆ ਨਾ। ਅੱਗੋਂ ਉਹਨਾਂ ਨੇ ਉਹ ਕਿਸ ਤਰ੍ਹਾਂ ਦੱਸਿਆ ਨਾ ਤੁਹਾਨੂੰ ਮੈਂ ਉਹ ਸਿਰੇ ਤੇ ਚੱਲਾ। ਤੁਸੀਂ ਗੱਲ ਦੇ ਨਾ ਬਰੀਕੀ ਜਾਂਦੇ ਹੋ, ਮੈਂ ਤੁਹਾਡੀ ਆਡੀਅנס ਨੂੰ ਬਰੀਕੀ ਜਾ ਕੇ ਸਮਝਾਵਾਂ। ਸ਼ਾਹੀਆ ਨੂੰ ਪੁੱਛਿਆ ਗਿਆ ਪਹਿਲਵਾਨ ਜੀ ਹੁਕਮ ਕਰੋ ਕੀ ਕਰਨਾ ਜੀ, ਕਿਉਂਕਿ ਬੜਾ ਮੁਸਲਮਾਨ ਔਰਤਾਂ ਫੜੀਆਂ ਗਈਆਂ ਦਿੱਲੀ, ਇਹ ਛਡਾਣ ਲਿਆ, ਚਾਰ ਬੰਦੇ ਗਏ ਨੇ ਉੱਥੇ ਮੁਜ਼ਾਕਰਾਤ ਕਰਕੇ ਵਾਪਸ ਲੈ ਆਏ ਨੇ ਜਾਂ ਜਿਸ ਤਰ੍ਹਾਂ ਵੀ ਲਿਆਏ ਨੇ। ਇਹ ਗੁੱਡ ਬੁੱਕ ਸੀ। ਉਹਨਾਂ ਕੋਲ ਤੁਸੀਂ ਜੋ ਮਰਜ਼ੀ ਕਰ ਲਓ, ਤੁਸੀਂ ਦੱਸੋ ਕੀ ਕਹਿੰਦੇ ਹੋ। ਇਹਨੂੰ ਨਾ ਤੇਰੇ ਮੇਰੇ ਵਰਗੇ ਨਾ ਬੰਦਿਆਂ ਨੇ ਕੀ ਕਿਹਾ, ਮੁਫਾਦ ਪ੍ਰਸਤਾਂ ਨੇ ਯਾਨੀ ਪੈਦਾਗੀਰਾਂ ਨੇ ਕਹਿ ਲਓ। ਅਸੀਂ ਕਿਸੇ ਦਾ ਕਹਾਂਗੇ ਲੋਕ ਬੁਰਾ ਬਣਾਉਣਗੇ, ਅਸੀਂ ਆਪਣੀ ਗੱਲ ਕਰਨੀ, ਅਸੀਂ ਉਹਨਾਂ ਨੂੰ ਉਂਗਲ ਦੇ ਦੇਗਾ। ਭਲਵਾਨ ਦਰਵੇਸ਼ ਹੁੰਦੇ ਨੇ, ਉਹ ਜਿਹੜਾ ਖਾੜੇ ਦਾ ਪਹਿਲਵਾਨ ਖੋਚਲ ਹੋ ਹੀ ਨਹੀਂ ਸਕਦਾ, ਕੋਈ ਆਵੇ ਹਮਲਾ ਥੱਲੇ, ਇਹ ਵਾਲੇ ਭੋਲੇ ਹੁੰਦੇ ਨੇ ਪਹਿਲਵਾਨ ਜੀ। ਉਹ ਮੇਰਾ ਸਵਾਲ ਪੁੱਛਣ ਦਾ ਮਕਸਦ ਵੀ ਇਹੀ ਸੀ ਐਕਚੁਅਲ ਕਿ ਪਹਿਲਵਾਨ ਦੇ ਬੜੇ ਨੇਕ ਨਾਮ ਲੋਕ ਨੇ। ਨਹੀਂ ਲਫ਼ਜ਼ ਤਿੰਨ ਨੇ ਨਾ, ਪਹਿਲਵਾਨ, ਭਲਵਾਨ ਤੇ ਬਦਮਾਸ਼। ਪਹਿਲਵਾਨ ਚੋਂ ਹੇ ਗਿਆ ਬਈ ਤਾਂ ਖਾੜਾ ਖਤਮ, ਹੇ ਵਾਲਾ ਪਹਿਲਵਾਨ ਹੈ ਜਿਹਦੇ ਹੇਰ ਹੀ ਨਹੀਂ ਭਲਵਾਨ ਜਾਂ ਪਹਿਲਵਾਨ। ਪੰਜਾਬੀ ਇਹ ਜਿਹੜਾ ਹੋਗਾ ਉਹ ਪਹਿਲਵਾਨ ਹੈ। ਉਹ ਸਿਰਫ ਉਹਨੇ ਕਿਹੜਾ ਆਪਣੇ ਮੂੰਹ ਤੇ ਲਿਬਾਦਾ ਪਾਇਆ ਹੈ ਜੀ ਪਹਿਲਵਾਨ। ਉਹ ਸਮਝ ਨਹੀਂ ਆਉਂਦੀ ਕਿ ਖਾੜੇ ਵਾਲਾ ਪਹਿਲਵਾਨ ਹੈ ਕਿਹੜਾ, ਉਹ ਲਫ਼ਜ਼ ਮਿਕਸ ਕਰਦਾ ਨੇ। ਪਹਿਲਵਾਨ ਕਹਿਣ ਤੋਂ ਨਗਣਾ ਤੇ ਖਾੜੇ ਜਾਂਦੇ ਨਹੀਂ, ਉਹਨੂੰ ਪਹਿਲਵਾਨ ਕਰਕੇ ਨਾ ਗੋਲਮੋਲ ਕਰ ਗਏ ਨੇ। ਇਹ ਗੋਲਮੋਲ ਲਫ਼ਜ਼ ਹੈ ਪਹਿਲਵਾਨ। ਅੱਛਾ ਉਹਨੂੰ ਬਾਰਡਰ ਸਾਹਿਬ ਪੁੱਛਿਆ ਗਿਆ ਦੱਸੋ ਜੀ ਕੀ ਕਹਿੰਦੇ ਹੋ। ਉਹਨੂੰ ਅਗਲੇ ਨੇ ਕਿਹਾ ਜੀ ਪਹਿਲਵਾਨ ਜੀ ਇਹਨਾਂ ਨੂੰ ਕੋਈ ਜੂਆ ਕਰਾਉਣਾ। ਉਹਨੇ ਸਾਹਬ ਨੇ ਕਿਹਾ ਮੈਂ ਜੂਆ ਕਰਾਉਣਾ, ਜਾ ਕਰਾ ਲਓ। ਅਬਦੁਰ ਰਹਿਮਾਨ ਸਾਹਿਬ, ਅਸੀਂ ਇਹ ਬੜਾ ਫੀਲਡ ਨੂੰ ਨਜ਼ਦੀਕ ਜਾ ਕੇ ਦੇਖਿਆ, ਬਹੁਤ ਇਹਦੇ ਬਾਰੇ ਸੁਣਿਆ, ਬੜੇ ਬੜੇ ਵਾਕਿਆ ਜੂਆ ਖੇਡਣ ਵਾਲਿਆਂ ਦੇ, ਇਹਨਾਂ ਦੀ ਤਾਰੀਖ, ਪੁਰਾਣੇ ਲੋਕਾਂ ਦੀ ਗੱਲਾਂ ਸੁਣੀਆਂ ਲਾਹੌਰ 'ਚ ਕਿੱਥੇ ਕਿੱਥੇ ਜੂਏ ਹੋਏ, ਕਿਤੇ ਬੜਾ। ਮੈਂ ਤਾਂ ਵੈਸੇ ਬੜਾ ਰਿਸਰਚ ਕਰਦਾ ਰਿਹਾ, ਬੜਾ ਮੇਰਾ ਤੇ ਤਜਰਬਾ, ਬੜਾ ਐਕਸਪੀਰੀਅੰਸ ਹੈ ਮੇਰਾ। 26 20 18 ਦਰੀਆਂ ਵਿਛੀਆਂ ਨਹੀਂ, ਸਰੇਆਮ ਹੀ ਹੋ ਗਿਆ, ਮਤਲਬ ਖੁੱਲੇਆਮ। ਬਾਈ ਜੋ ਵੀ ਜਿੱਥੇ ਫੇਰ ਕੀ ਹੁੰਦਾ ਸ਼ਾਹੀਆ ਪਹਿਲਵਾਨ ਤੋਂ ਯਾਨੀ ਕੰਮ ਬਦਮਾਸ਼ ਦਾ ਮਤਲਬ ਕੀ ਹੈ। ਬਦਮਾਸ਼ ਦਾ ਲਫ਼ਜ਼ ਨਾ ਮੁਆਸ਼ਰੇ ਕਿਉਂ ਨਿਕਲਿਆ ਸੀ, ਜਿਹਦਾ ਜ਼ਰੀਆ ਮੁਆਸ਼ ਗਲਤ ਹੈ। ਪਹਿਲਵਾਨ ਦਾ ਜ਼ਰੀਆ ਮੁਆਸ਼ ਗਲਤ ਹੋ ਗਿਆ, ਸ਼ਾਹੀਆ ਪਹਿਲਵਾਨ ਦਾ ਜ਼ਰੀਆ ਮੁਆਸ਼ ਗਲਤ ਹੋ ਗਿਆ ਨਾ। ਭਾਵੇਂ ਉਹ ਓਲਾ ਭੋਲਾ ਹੈ, ਉਹ ਤੇ ਉਹਨੂੰ ਤਾਂ ਵਿਚਾਰੇ ਮੇਰਾ ਸ਼ਹਾਰ ਜਿੱਦਾਂ ਵੀ ਪਤਾ ਨਹੀਂ ਹੋਣਾ, ਉਹਨੂੰ ਤੇ ਨਹੀਂ ਪਤਾ ਸੀ ਕਿ ਉਹ ਕਿਸੇ ਕਹਿੰਦੇ ਨੇ ਕਰਵਾ ਲਿਆ। ਚਲੋ ਇਹ ਕੰਮ ਹੈ ਕੋਈ ਮੁਫਾਦਪੁਰ ਡੱਬਿਆਂ ਦੇ ਬਹਿ ਗਏ, ਸੋਟੀਆਂ ਦੇ ਬਹਿ ਗਏ, ਸੂਟ ਤੇ ਪੈਸੇ ਸ਼ੁਰੂ ਹੋ ਗਏ, ਲੈਣ ਦੇਣ, ਸੁੱਟ 500 ਸੁੱਟ 1000, ਇਹ ਕੰਮ ਸ਼ੁਰੂ ਹੋ ਗਿਆ। ਭਲਵਾਨ ਨੂੰ ਤਾਂ ਵਿਚਾਰੇ ਨਹੀਂ ਪਤਾ ਕੀ ਹੋਣ ਡਿਆ, ਉਹਨੂੰ ਕੈਸ਼ ਕਰਨ ਲਈ ਨਾ ਉਹ ਤੇ ਫਿਰ ਲੇਬਲ ਲੱਗ ਗਿਆ ਬਦਮਾਸ਼। ਜ਼ਰੀਆ ਮੁਆਸ਼ ਗਲਤ ਹੋ ਗਿਆ, ਬਦਮਾਸ਼ ਬਣ ਗਿਆ। ਯਾਨੀ ਕਿ ਤੁਹਾਡਾ ਕਹਿਣ ਦਾ ਮਕਸਦ ਹੈ ਕਿ ਬਦਮਾਸ਼ ਭਲਵਾਨ ਵਾਲਾ ਪਹਿਲਾ ਕਰੈਕਟਰ ਯਾਨੀ ਕਿ ਇਹ ਫਿਰ ਉਥੋਂ ਸ਼ੁਰੂ ਹੋਇਆ ਕੰਮ, ਅੰਦਰੂਨ ਸ਼ਹਿਰ ਤੋਂ, ਸ਼ਾਹੀਆ ਪਹਿਲਵਾਨ ਤੋਂ, 1950-60 ਤੋਂ। ਬਸ ਇਸ ਤੋਂ ਪਿੱਛੇ ਜੇ ਕਿਸੇ ਕੋਲ ਹੈ ਤੇ ਆਵੇ ਬਿਲਕੁਲ ਸਾਨੂੰ ਦੱਸੇ, ਸਾਡੇ ਨੌਲੇਜ ਦਾ ਦਫਾ ਕਰੇ। ਮੇਰੀ ਤੇ ਰਿਸਰਚ ਇਹੀ ਕਹਿੰਦੀ, ਉਮਰ ਮੇਰੀ 55 ਸਾਲ ਹੈ, ਆਪਣੇ ਜੰਮਣ ਤੋਂ 55 ਸਾਲ ਪਹਿਲੇ ਦੀਆਂ ਕਹਾਣੀਆਂ ਸਾਡੇ ਦਿਮਾਗ 'ਚ ਆਜ ਹੀ ਸੁਣੀ ਗਈਆਂ, 100 ਸਾਲ ਦੀਆਂ ਗੱਲਾਂ ਤੇ ਸਾਨੂੰ ਯਾਦ ਹੈ ਨਾ। ਉਦੋਂ ਬੰਦੇ ਦੀਆਂ ਪੁਰਾਣੀਆਂ ਗੱਲਾਂ, ਉਹ ਬੰਦੇ ਉਸੇ ਦੌਰ 'ਚ ਸਨ ਜਦੋਂ ਅਸੀਂ ਬੱਚੇ ਦਾ, ਉਹ ਜਵਾਨ ਸਨ, ਬਾਬੇ ਸਨ, ਉਹਨਾਂ ਕੋਲੋਂ ਗੱਲਾਂ ਸਾਨੂੰ ਕਨਵਰਟ ਹੋ ਗਈਆਂ। 100 ਸਾਲ ਦਾ ਤਜਰਬਾ ਰੱਖਦੇ ਹਾਂ। ਪਹਿਲਵਾਨ ਤੋਂ ਲਫ਼ਜ਼ ਪਹਿਲਵਾਨ
ਤੇ ਫਿਰ ਪਹਿਲਵਾਨ ਬਦਮਾਸ਼ ਕਨਵਰਟ ਕੀਤਾ, ਉਹ ਸ਼ਾਹੀਆ ਪਹਿਲਵਾਨ ਤੋਂ ਆਇਆ ਹੈ। ਮੇਰੀ ਸਾਇੰਸ ਇਹੀ ਕਹਿੰਦੀ। ਅੱਗੋਂ ਚੱਲ ਪਿਆ ਫਿਰ ਅੱਗੋਂ, ਕਿਉਂਕਿ ਅੱਗੋਂ ਫਿਰ ਹੋਇਆ ਨਾ, ਹੁਣ ਅੱਗੋਂ ਦੇਖੋ ਕੀ ਆ, ਅੱਗੋਂ ਸ਼ਾਹੀਆ ਦਾ ਬੇਟਾ ਆ ਗਿਆ ਜੱਜੀ ਆਇਆ, ਉਹ 10 15 20 25 30 ਸਾਲ ਵੱਧ ਗਏ ਸਨ। ਉਹ ਹੁਣ ਚੂੰਕਿ ਜ਼ਰੀਆ ਮੁਆਸ਼ ਗਲਤ ਹੋ ਚੁੱਕਿਆ ਸੀ, ਖਾਨਦਾਨ ਤੇ ਲੇਬਰ ਬਦਮਾਸ਼ ਦਾ ਲੱਗ ਗਿਆ ਸੀ, ਜ਼ਰੀਆ ਮੁਆਸ਼ ਗਲਤ ਹੋ ਗਿਆ ਨਾ। ਸ਼ਾਹੀਆ ਬਦਮਾਸ਼ ਨਹੀਂ ਸੀ। ਸ਼ਾਹੀਏ ਪਹਿਲਵਾਨ ਦੇ ਬਾਰੇ ਤਾਰੀਖ ਦੇ ਵਿੱਚ ਲਿਖਿਆ, ਕੋਈ ਕਿਸੇ ਦੀ ਧੀ ਉਹ ਪਹਿਲਵਾਨ ਸੀ ਨਾ, ਪਹਿਲਵਾਨ ਸੀ। ਪਬਲਿਕ ਕੋ ਕੁਝ ਨੁਕਸਾਨ ਨਹੀਂ ਸੀ। ਪਹਿਲਵਾਨ ਤੇ ਦੇਖੋ ਗੱਲ ਸੁਣੋ, ਮੈਂ ਸਾਰੀ ਦੁਨੀਆ ਬੈਠੀ, ਮੈਂ ਭਲਵਾਨਾਂ ਦੇ ਵਿੱਚ ਬੜੀ ਦੇਰ ਮੈਂ ਬੜਾ ਟਾਈਮ ਮੈਂ ਕੱਢਿਆ, ਮੈਂ ਭਲਵਾਨ ਨਹੀਂ ਹੈਗਾ, ਲੇਕਿਨ ਮੈਂ ਬੜੇ ਬੜੇ ਜੇਲ੍ਹ 'ਚ ਬਾਲਾ ਪਹਿਲਵਾਨ, ਚੰਨ ਪਹਿਲਵਾਨ ਮਿਸਰੀ ਸ਼ਾਲਾ, ਕਾਲਾ ਮਾੜੂ ਵਾਲਾ, ਮਜੀਦ ਆਲਮਗੀਰ ਦਾ ਭਰਾ ਮਜੀਦ ਪਹਿਲਵਾਨ, ਅਬ ਜਾਰਾ ਪਹਿਲਵਾਨ ਨੂੰ ਮੈਂ ਮਿਲਦਾ ਰਿਹਾ, ਮੈਂ ਕਈ ਪਹਿਲਵਾਨਾਂ ਦੀ ਨਫਸੀਆਤ ਜਾਣਨਾ। ਪਹਿਲਵਾਨ ਤੋਂ ਪਹਿਲਵਾਨ ਵਿੱਚੋਂ ਤੇ ਪਹਿਲਵਾਨ ਤੋਂ ਬਦਮਾਸ਼, ਇਹ ਸ਼ਾਹੀਆ ਪਹਿਲਵਾਨ ਤੋਂ। ਫਿਰ ਜੋ ਜੱਜੀ ਦਾ ਦੌਰ ਆਉਂਦਾ ਹੈ, ਉਹ ਜ਼ਰਾ ਜੀਪਾਂ ਜੂਪਾਂ ਆ ਗਈਆਂ, ਆਸਾ 80 ਚੜ ਗਿਆ, ਉਹ 80 ਦਾ ਦੌਰ ਆ ਗਿਆ, ਉਹ ਲੇਬਲ ਉਸ ਖਾਨਦਾਨ ਤੇ ਬਦਮਾਸ਼ੀ ਦਾ ਰਿਹਾ। ਫਿਰ ਉਹਨੂੰ ਉਸ ਲਫ਼ਜ਼ ਨੂੰ ਦੇਖੋ, ਪਤਾ ਤੇ ਲੱਗ ਹੀ ਜਾਂਦਾ ਬੰਦੇ ਨੂੰ। ਮੇਰਾ ਹੀਰਾ ਮੰਡੀ ਨਿਕਲਦਾ ਸੀ ਨਾ ਜੱਜੀ ਪਹਿਲਵਾਨ, ਇੱਕ ਬਟਨ ਆਨ ਹੁੰਦਾ ਸੀ ਤੇ ਪੂਰੀ ਹੀਰਾ ਮੰਡੀ ਦੀਆਂ ਲਾਈਟਾਂ ਚੱਲ ਜਾਂਦੀਆਂ। ਉਹ ਫਿਰ ਉਹਨੂੰ ਕੋੜੇ ਖਾਤੇ, ਉਹਨੇ ਕਹਾ ਮੈਨੂੰ ਇੱਕੋ ਵਾਰੀ ਮਾਰ ਲਓ, ਬਾਰ-ਬਾਰ ਕੀ ਮੈਂ ਲਿਆਕਤ ਕਰ ਰਿਹਾ। ਉਹ ਫਿਰ ਜੱਜੀ ਬਹਾਦਰ ਨਾਂ ਪੈ ਗਿਆ। ਬਹਾਦਰ ਨਾਂ ਦੇਖੋ, ਪਹਿਲਵਾਨ ਜਿਹੜੇ ਨੇ ਦਰਵੇਸ਼ ਹੁੰਦੇ ਨੇ, ਲੋਕੀ ਇਹਨਾਂ ਕੋਲ ਬੱਚੇ ਭੇਜਦੇ ਹਨ, ਭਲਵਾਨ ਖਾੜੇ ਜਿਹੇ ਨਿਕਲਦੇ ਹੱਥ ਮਾਰਦੇ ਹਨ, ਬੱਚਾ ਰੋਂਦਾ ਚੁੱਪ ਕਰ ਜਾਂਦਾ। ਦਰਵੇਸ਼ ਲੰਗੋਟੇ ਦੇ ਪੱਕੇ ਹੁੰਦੇ ਨੇ। ਉਹ ਯਕੀਨ ਕਰੋ, ਹਕੀਕਤ 'ਚ ਜਿਹੜੇ ਉਹ ਪਹਿਲਵਾਨ ਸਨ ਨਾ, ਜਿਨ੍ਹਾਂ ਨੇ ਬੁੱਢੀਆਂ ਇੰਜ ਚੂਕਾ ਦੇ ਨਾਲ ਦੇ ਬਿਸਰੇ ਦੇ ਲੈ ਨੇ ਤੇ ਗੁੰਗੇ ਪਹਿਲਵਾਨ ਫਲਾਣੇ, ਉਹ ਇਹ ਲੰਗੋਟੇ ਦੇ ਪੱਕੇ ਸਨ। ਜਦੋਂ ਬੰਦੇ ਦਾ ਆਪਣੇ ਨਫਸ ਦੇ ਉੱਤੇ ਕੰਟਰੋਲ ਹੈ ਤੇ ਮਰਦ ਤੇ ਹੋਏ, ਮੁਸਲਮਾਨ ਤੇ ਹੋਏ, ਇਹਨਾਂ ਦੇ ਕੋਲ ਸਮਝ ਲਓ ਵਲੀ ਕਹਿਣਾ ਮੇਰਾ ਐਡਾ ਵੱਡਾ ਜੁਰਮ ਨਹੀਂ ਹੈ। ਨੇਕ ਨਾਮ ਲੋਕ ਨੇ, ਨੇਕ ਨਾਮ ਲੋਕ ਸਨ ਪਹਿਲਵਾਨ। ਕਹਿਣ ਦਾ ਮਕਸਦ ਇਹ ਹੈ ਕਿ ਪਹਿਲਵਾਨ ਇੱਕ ਤਾਕਤ ਦੀ ਅਲਾਮਤ ਸੀ। ਹੁਣ ਜਦੋਂ ਬਦਮਾਸ਼ ਵੇਖੋ ਨਾ, ਉਹੀ ਦੌਰ ਚੱਲ ਰਿਹਾ ਤੇ ਅੱਛੂ ਬਾਰਲਾ ਸ਼ਹੀਦੀ ਹਰੀ, ਇਹ ਜੱਜੀ ਭਲਵਾਨ ਦਾ ਦੌਰ ਸੀ। ਅੱਛੂ ਬਾਰਲਾ ਸ਼ਹੀਦੀ ਬਾਲਾ, ਉਹ ਸਨ ਕਿਰਾਏ ਦੇ ਕਾਤਲ, ਉਹ ਯਾਨੀ ਕਿਰਾਏ ਦੇ ਸ਼ਹੀਦੀ ਦੇ ਅੱਛੂ ਨਹੀਂ ਸਨ। ਬਾਲਾ ਗਾਡੀ ਦੇ ਬਾਰੇ ਮਸ਼ਹੂਰ ਹੈ ਕਿ ਉਹਨੇ ਬੜੇ ਬੰਦੇ ਕਤਲ ਕੀਤੇ, ਵੱਡ ਕੇ ਬੰਦੇ ਰੋੜਦਾ ਸੀ। ਇਹ ਤੇ ਗੋਲੀਆਂ ਮਾਰਦੇ ਉਹਨੂੰ, ਲਾਸ਼ਾਂ ਪਾੜ ਦਿੰਦਾ ਸੀ। ਉਹ ਜਦੋਂ ਉਹ ਬੰਦੂਕਾਂ ਪਿਸਤੌਲਾਂ ਨਾਲ ਕਤਲੋ ਗਾਰਤ ਨਾਲ ਆਪਣੀ ਪੈਰਵੀ ਨਾਲ ਨਾਮ ਵੱਡੇ ਹੋਏ ਨੇ। ਭਲਵਾਨਾਂ ਨੇ ਸੋਚਿਆ ਅਸੀਂ ਤਾਕਤ ਕਿੱਥੇ ਲਿਜਾਣੀ ਹੈ। ਫਿਰ ਕੀ ਆ, ਕੋਈ ਜਾਰਾ ਪਹਿਲਵਾਨ ਦਾ ਕਿਆਮ ਆਉਂਦਾ। ਜਾਰਾ ਪਹਿਲਵਾਨ ਹਿੰਦ ਸਿੰਘ ਦਾ ਸਭ ਤੋਂ ਤਾਕਤਵਰ ਪਹਿਲਵਾਨ ਹੈ। ਉਸ ਸਮੇਂ ਜਵਾਈ ਹੋਇਆ ਜੀ। ਉਹਨੇ ਫਿਰ ਵੇਖਿਆ, ਉਹਨੇ ਕਿਹਾ ਕਿ ਮੇਰਾ ਮਤਲਬ ਹੈ ਮੈਂ ਪਹਿਲਵਾਨ ਹਾਂ, ਬਹੁਤ ਹਕੀਕਤ ਅਸਲ ਪਹਿਲਵਾਨ ਤੇ ਮੈਂ ਵਾਂ, ਪਹਿਲਵਾਨ ਤੇ ਮੈਂ ਵਾਂ। ਇਹ ਕੌਣ ਨੇ ਜਿਹੜੇ ਇੰਜ ਪੈਸਾ। ਉਹ ਫਿਰ ਕੀ ਹੁੰਦਾ, ਫਿਰ ਜਾਰਾ ਪਹਿਲਵਾਨ ਨਾ ਆਪਣੀ ਉਸ ਤਾਕਤ ਦਾ ਇਸਤੇਮਾਲ ਕੀ ਕਰਦਾ, ਸ਼ਫਕਤ ਬਾਰੀ DSP ਉਹਨਾਂ ਨੇ ਛਿੱਬੀ ਮਾਰੀ, ਜਿਹੜਾ ਹੈਗਾ ਕਰਬਲਾ ਗਾਮੇ ਸ਼ਹਿਰ ਜ਼ਿਲ੍ਹਾ ਸ਼ਹਿਰੀ ਮੋੜ, ਉਹਦੀ ਨੁੱਕਰ ਤੇ ਇਹਨਾਂ ਨੂੰ ਵਾੜਾਂ ਲੱਗੀਆਂ, 10ਵੀਂ ਮਰਦ ਦੀ ਅੱਗੇ ਬੰਦ ਸੀ, ਇਹਨਾਂ ਨੇ ਛਿੱਬੀ ਮਾਰੀ, ਥੱਲੇ ਜਾ ਪਿਆ। ਫਿਰ ਇੱਕ ਲੋਅਰਮਾਲ ਥਾਣੇ ਇਹਨੇ ਇੱਕ ਨਾ ਮੁਲਜ਼ਮ ਸੀ, ਅਰਸ਼ਦ ਇਸ਼ਤਿਹਾਰੀ ਸੀ, ਕੋਈ ਕੌਣ ਸੀ, ਉਹ ਇਹਦੇ ਇੱਕ ਅਜ਼ੀਜ਼ ਹੈ, ਉਹਨੇ ਮੈਨੂੰ ਗੱਲ ਦੱਸੀ, ਉਹ ਗੱਲ ਹੈ ਵੀ ਜਾਨਵਨ। ਥੱਲੇ ਗਿਆ, ਜਾਰਾ ਨੇ ਕਹੋ ਕਿੱਥੇ ਜੇ, ਉਹ ਪੁਲਿਸ ਵਾਲੇ ਨੇ ਕਹਾ ਉਹ ਸਾਹਿਬ ਬਾਹਰ ਗਏ ਨੇ, ਕਹਾ ਮੁਲਜ਼ਮ ਹੈ ਤੂੰ ਲਿਆਇਆ ਫੜ ਕੇ, ਉਹਨੂੰ ਕੜੀ ਲਾ ਕੇ ਮੰਜੀ ਨਾਲ ਬੰਨਿਆ ਨੇ। ਉਹਨੇ ਕਹਾ ਚਾਬੀ ਸਾਹਿਬ ਕੋਲ, ਉਹਨੇ ਕਹਾ ਚੁੱਕੋ ਮੰਜੀ, ਇਸ਼ਤਿਹਾਰੀ ਨੇ ਮੰਜੀ ਚੁੱਕੀ, ਜਾਰੇ ਨੇ ਗੱਡੀ ਦੇ ਖਾੜੇ ਦੇ ਲਾਏ। ਉਹ ਫਿਰ ਨਾ ਯਾਨੀ ਲੋਕਾਂ ਨੇ ਵੇਖਣ ਵਾਲੇ ਨੇ ਕਿਹਾ ਕਿ ਯਾਰ ਇਹ ਪਹਿਲਵਾਨ ਹੈ, ਉਹ ਇੰਟਰਨੈਸ਼ਨਲ ਡਿਕਲੇਅਰ ਹੈ, ਕੁਸ਼ਤੀਆਂ ਨੋਕੀ ਰੁਟਾਇਆ, ਐਡੇ ਐਡੇ ਵੱਡੇ ਬੈਡਾ, ਪਾਕਿਸਤਾਨ ਦਾ ਸਭ ਤੋਂ ਵੱਡਾ ਨਾ। ਉਹ ਜਦੋਂ ਇਹ ਗੱਲਾਂ ਦੇਖੋ, ਤੁਸੀਂ ਕਿਸੇ ਨਾਲ ਬਦਤਮੀਜ਼ੀ ਕਰੋ, ਗੱਲਬਾਤ ਨਹੀਂ ਨਿਕਲਣੀ। ਫਿਰ ਉਹਨਾਂ ਲੋਕਾਂ ਦੇ ਜੋ ਕਨਸੈਪਟ ਮਜ਼ੀਦ ਬੈਠਣਾ ਸ਼ੁਰੂ ਹੋ ਗਿਆ ਕਿ ਇਹ ਪਹਿਲਵਾਨ ਜਿਹੜੇ ਨਾ ਇਹ ਵੀ ਬਦਮਾਸ਼ ਨੇ। ਯਾਨੀ ਲੋਕਾਂ ਨੇ ਭਾਵੇਂ ਉਹ ਬਦਮਾਸ਼ ਸੀ ਜਾਂ ਨਹੀਂ ਸੀ, ਇਹ ਤੇ ਉਹਦਾ ਜ਼ਾਤੀ ਫੇਲ ਸੀ ਨਾ, ਲੇਕਿਨ ਜੋ ਆਡੀਅנס ਜਾਂ ਪਬਲਿਕ ਜਾਂ ਜੋ ਲੋਕ ਅੱਜ ਵੀ ਗੱਲਾਂ ਕਰਦੇ ਨੇ, ਉਹ ਇਹ ਕਹਿੰਦੇ ਨੇ ਕਿ ਉਹਨੇ ਤਾਕਤ ਦਾ ਇਸਤੇਮਾਲ ਸ਼ੁਰੂ ਕਰ ਦਿੱਤਾ ਸੀ। ਹੁਣ ਸ਼ਾਇਦ ਅੱਲਾਹ ਪਾਕ ਨਹੀਂ ਸੀ ਚਾਹੁੰਦੇ ਕਿ ਉਹਦੇ ਉੱਤੇ ਉਹ ਲੇਬਲ ਲੱਗੇ, ਉਹ ਤਾਦੀ ਆਪਣੀ ਉਸ ਭਰੀ ਜਵਾਨੀ ਚਲਾ ਗਿਆ, ਨੇਕ ਨਾਮ ਨਹੀਂ ਲੈ ਗਿਆ, ਆਲਾ ਭੋਲਾ ਸੀ। ਆਪ ਦੇਖਿਆ ਸੀ, ਆਲਾ ਭੋਲਾ ਸੀ। ਬਾਰਡਰ ਸਾਹਿਬ ਇਸ ਗੱਲ 'ਚ ਦੋ ਰਾਏ ਹੈਗੇ ਨੇ, ਉਹਦੀਆਂ ਕਈ ਜ਼ਿੰਦਗੀ ਦੀਆਂ ਗੱਲਾਂ ਮੇਰੇ ਨੌਲੇਜ ਨੇ, ਲੇਕਿਨ ਮੈਂ ਗੱਲਾਂ ਹੋਰ ਸੈਂਸ ਨਾਲ ਕਰਦਾ, ਲੋਕੀ ਮਤਲਬ ਕੁਛ ਹੋਰ ਲੈ ਰਹੇ ਨੇ। ਮੈਂ ਯਾਨੀ ਕਿ ਨਾ ਬੜਾ ਉਹਨੂੰ ਜਾਣ ਪਰ ਇਸ ਗੱਲ ਟੌਪਿਕ। ਲੇਕਿਨ ਇੱਕ ਗੱਲ ਹੋ ਰਹੀ ਹੈ, ਹੁਣ ਬਦਮਾਸ਼ ਦੀ ਗੱਲ ਅਗਰ ਆ ਗਈ, ਹੁਣ ਇਸ ਬਦਮਾਸ਼ ਦੇ ਵਿੱਚ ਵੀ ਇਸ ਜਰਾਈਮ ਦੇ ਹਵਾਲੇ ਨਾਲ ਹੀ ਉਹਨੇ ਬਣਿਆ, ਵਿੱਚ ਬਹੁਤ ਕਲਾਸਾਂ ਨੇ, ਕੋਈ ਮਨਸ਼ਿਆਤ ਫਰੋਸ਼ ਨੇ, ਕੋਈ ਬਸਾਰੇ ਕੋਈ ਦੁਸ਼ਮਨਦਾਰ ਨਹੀਂ ਬਦਮਾਸ਼ ਬਣਨਾ ਨਾ ਕੋਈ, ਤੇ ਐਨੇ ਵਾਲੇ ਜਿਹੜੇ ਲੋਕ ਨੇ ਇਹ ਸਾਰੇ ਇੱਕ ਚਰਸ ਵੇਚਣ ਵਾਲਾ ਵੀ ਫਿਰ ਬਦਮਾਸ਼ ਹੈ। ਨਹੀਂ ਮੈਂ ਤੁਹਾਨੂੰ ਅਸਲ 'ਚ ਨਾ ਇੱਥੇ ਲਫ਼ਜ਼ ਤਿੰਨ ਹੋਣੇ ਚਾਹੀਦੇ ਨੇ, ਗੁੰਡਾ, ਬਦਮਾਸ਼ ਤੇ ਤੀਸਰਾ ਉਹ ਹੋਣਾ ਚਾਹੀਦਾ ਜਰੈਮ ਪੇਸ਼ਾ। ਅਲੱਗ ਤਿੰਨ ਲਫ਼ਜ਼ ਹੋਣੇ ਚਾਹੀਦੇ ਨੇ, ਕੈਟੇਗਰੀਆਂ ਇਹੀ ਨੇ। ਅਸੂਲੀ ਤੌਰ 'ਤੇ ਨਾ ਇਹ ਇੱਕੋ ਹੀ ਲਫ਼ਜ਼ ਦੀਆਂ ਤਿੰਨ ਫਾਰਮਾਂ ਨੇ।
3 ਲੈਦਾ ਦਾ ਫੋਰਨ ਜਰੈਮ ਪੇਸ਼ਾ ਹੋਏਗਾ ਨਾ ਮੇਰੇ ਦਿਨ ਚ ਫੋਰਨ ਗੱਲ ਹੈ ਜਿਹੜਾ ਬੰਦਾ ਜਾਂ ਮਨਸ਼ੀਆਤ ਵੇਚਦਾ ਜਾਂ ਜੂਏ ਕਰਾਉਂਦਾ ਜਾਂ ਕੋਈ ਰੰਡੀਬਾਜ਼ੀ ਦੇ ਅੱਡੇ ਨਹੀਂ ਜਾਂ ਸ਼ਰਾਬ ਵੇਚਦਾ ਜਰੈਮ ਮਸਲਨ ਕਿ ਇਹ ਕੋਈ ਚੀਜ਼ ਵੇਚ ਕੇ ਨਾ ਪੈਸੇ ਕਮਾ ਰਿਹਾ ਔਰ 2 ਨੰਬਰ ਕੰਮ ਕਰ ਰਿਹਾ ਡਰੱਗਸ ਦਾ ਹੋਵੇ ਮੈਡੀਸਨ ਦਾ ਹੋਵੇ ਕੋਈ ਵੀ ਹੋਵੇ ਉਹਦੇ ਬਾਅਦ ਜਿਹੜਾ ਹੈਗਾ ਨਾ ਗੁੰਡੇ ਦਾ ਲਫ਼ਜ਼ ਦੇਣ ਚ ਆਏਗਾ ਨਾ ਤੇ ਇਹ ਗੱਲ ਦੇਣ ਚ ਨਹੀਂ ਆਉਂਦੀ ਕਿ ਇਹ ਹੋਏਗਾ ਮਨਸ਼ੀਆਤ ਫਰੋਸ਼ ਗੁੰਡਾ ਮਤਲਬ ਇਹ ਦੁਕਾਨਾਂ ਉਹ ਸ਼ੇਵ ਕਰ ਉਹ ਗੁੰਡਾ ਉਹ ਵੀ ਛੋਟੇ ਲੈਵਲ ਦਾ ਬਦਮਾਸ਼ ਦਾ ਛੋਟਾ ਲੈਵਲ ਛੋਟੀ ਫਾਰਮ ਜਿਹੜਾ ਗੁੰਡਾ ਹੈ ਇਹ ਗੁੰਡਾ ਇਲਾਕੇ ਦਾ ਉਥੋਂ ਨੇ ਤਰੱਕੀ ਕਰਨੀ ਹੈ ਤੇ ਉਹ ਅੱਗੇ ਜਾਣਾ ਗੁੰਡਾ ਸ਼ਹਿਰ ਦਾ ਨਹੀਂ ਹੋਇਆ ਗੁੰਡਾ ਇਲਾਕੇ ਫਲਾਣੇ ਇਲਾਕੇ ਦਾ ਗੁੰਡਾ ਹੈ ਬਦਮਾਸ਼ ਫਲਾਣੇ ਸ਼ਹਿਰ ਦਾ ਬਦਮਾਸ਼ ਹੈ ਇਹ ਉਸ ਤਰ੍ਹਾਂ ਕਲਾਸਾਂ ਵਧੀਆਂ ਨੇ ਜਿਸ ਤਰ੍ਹਾਂ ਇੰਸਪੈਕਟਰ ਹੈ ਡੀਐਸਪੀ ਐਸਪੀ ਰੈਂਕ ਨੇ ਸਮਝਣ ਦੀ ਆਸਾਨੀ ਹੋਵੇ ਬਦਮਾਸ਼ ਹੈ ਨਾ ਬਦਮਾਸ਼ ਵੱਡਾ ਲਫ਼ਜ਼ ਹੈ ਯਾਨੀ ਉਹ ਬਦਮਾਸ਼ ਤੋਂ ਜ਼ਿਆਦਾ ਉਹਦੀ ਫੋਟੋ ਵੱਡੀ ਦੇਣ ਚਾਹੁੰਦੀ ਹੈ ਤੇ ਪਹਿਲਵਾਨ ਉਸ ਤੋਂ ਵੀ ਵੱਡਾ ਹੈ ਪਹਿਲਵਾਨ ਜਿਹੜਾ ਉਹ ਦੋ ਫਿਰ ਗੱਲ ਹੋਈ ਆ ਲਫ਼ਜ਼ ਕਲੀਅਰ ਤੁਸੀਂ ਪਹਿਲਵਾਨ ਕਹਿ ਰਹੇ ਹੋ ਪਹਿਲਵਾਨ ਐਕਚੁਅਲ ਮੈਂ ਜਿਹੜੀ ਗੱਲ ਦੇਖਣਾ ਚਾਹੁੰਦਾ ਨਾ ਪੁੱਛਣਾ ਚਾਹੁੰਦਾ ਵਾਂ ਇਹ ਆਪਣੇ ਨਾਲ ਬਦਮਾਸ਼ ਦਾ ਲਫ਼ਜ਼ ਕਿਉਂ ਨਹੀਂ ਲਾਉਂਦੇ ਪਹਿਲਵਾਨ ਕਿਉਂ ਲਾਉਂਦੇ ਨੇ ਉਹ ਇਸ ਕੋਲ ਲਾਉਂਦੇ ਲਫ਼ਜ਼ ਬੁਰਾ ਹੈ ਪਤਾ ਹੈ ਕਿ ਜੇ ਬਦਮਾਸ਼ ਕਹਦੇ ਜ਼ਰੀਆ ਮੁਆਸ਼ ਕਰਾਤੇ ਅਤੇ ਅਸੀਂ ਆਮ ਲੋਕ ਜਿਹੜੇ ਗਏ ਆ ਇਹ ਹਰ ਬੰਦੇ ਨੂੰ ਇੱਕ ਮਿਸਾਲ ਹੈਗਾ ਅਸੀਂ ਕਹਿੰਦੇ ਆ ਫਲਾਣਾ ਪਹਿਲਵਾਨ ਆ ਰਿਹਾ ਕੀ ਕਰਦਾ ਬਦਮਾਸ਼ ਯਾਰ ਇਲਾਕੇ ਦਾ ਬੜੇ ਨਾਂ ਨੇ ਉਹਦੇ ਇਹ ਉਹਦਾ ਤਾਰਫ ਹੈਗਾ ਕਰਵਾਵਾਂਗੇ ਇਹਨੂੰ ਪਹਿਲਵਾਨ ਯਾਨੀ ਕਿ ਕਹਿਣਾ ਇਹ ਚਾਹੀਦਾ ਪਹਿਲਵਾਨ ਜੀ ਆ ਰਹੇ ਨੇ ਯਾ ਬਦਮਾਸ਼ ਜੀ ਹੈ ਤੇ ਉਹ ਨਹੀਂ ਕਹਿੰਦੇ ਬਦਮਾਸ਼ ਆ ਰਿਹਾ ਉਹ ਨਹੀਂ ਕਹਿੰਦੇ ਕਿ ਯਾਰ ਅਗਲੇ ਕਹਿਣਗੇ ਕਿ ਤੂੰ ਬਦਮਾਸ਼ਾਂ ਦਾ ਦਾਅਵਾ ਕਰਨੇ ਹੈ ਹੈਗਾ ਫੋਟੋਆਂ ਦਾ ਲੱਤ ਸਾਰੀ ਦੁਨੀਆ ਜਾਣਦੀ ਹੈ ਕਿ ਉੱਤੇ ਨਾਮ ਲਿਖਦੇ ਨੇ ਅੱਛਾ ਬੰਦਾ ਪੁੱਛੇ ਤੁਸੀਂ ਤੁਹਾਡਾ ਨਾਮ ਪਹਿਲਵਾਨ ਲੈ ਰਹੇ ਹੋ ਇਹ ਲਾਹੌਰ ਦੇ ਕਿਹੜੇ ਕਿਹੜੇ ਵੱਡੇ ਟੈਣ ਹੈ ਮੈਂ ਸਾਰਿਆਂ ਨੂੰ ਕਹਿਣ ਲੱਗਾ ਸਾਰਿਆਂ ਨੂੰ ਗੁੱਸਾ ਕਰ ਰਹੇ ਕਰਨਾ ਤਾਂ ਕਰਨ ਮੇਰੇ ਮੈਂ ਠੈਂਗਾ ਮੈਨੂੰ ਕੀ ਭਾਰ ਇਹਨਾਂ ਦਾ ਮੈਂ ਤਾਂ ਇਹਨਾਂ ਨੂੰ ਕਿਸੇ ਗਿਣਤੀ 'ਚ ਵੀ ਨਹੀਂ ਲਿਖਦਾ ਉਹ ਗੱਲ ਹੈਗੀ ਪਹਿਲਵਾਨ ਜਿਹਦੇ ਨਾਲ ਲੱਗਦਾ ਨਾ ਉਹਨੂੰ ਸਭ ਤੋਂ ਪਹਿਲਾਂ ਸਵਾਲ ਕਰੋ ਖਾੜੇ ਗਏ ਉਹ ਕਹਿੰਦਾ ਨਹੀਂ ਗਿਆ ਕੋਈ ਜੇ ਉਹ ਕਹੇ ਮੈਂ ਗਿਆ ਉਹਨੂੰ 2-3 ਸਵਾਲ ਕਰੋ ਉਹਨੂੰ ਕੋਈ ਬਦਾਮ ਰਗੜਦਾ ਭਲਵਾਨ ਤੇ ਭਲਵਾਨ ਜਿਹੜਾ ਵੇਖ ਰਿਹਾ ਹੋਵੇ ਬਦਾਮ ਵੱਲ ਉਹ ਉਹਦੇ ਨਾਲ ਭਲਵਾਨ ਕੀ ਕਰਦਾ ਜੇ ਤੋਂ ਜਵਾਬ ਦੇਵੇਗਾ ਜੀ ਉਹ ਕੀ ਕਹਿੰਦੇ ਨੇ ਭਲਵਾਨ ਨੇ ਵਿੱਚ ਪਾ ਕੇ ਘੁੱਟ ਭਰ ਕੇ ਕਰੂਰੀ ਕਰ ਦਈਏ ਜਾਂ ਭਲਵਾਨ ਨੇ ਕਰਕੇ ਉਹਦੇ ਮੂੰਹ ਤੇ ਮਾਰਿਆ ਥੋੜਾ ਨਾ ਕਰਕੇ ਛਟਾ ਬਦਾਮਾਂ ਦਾ ਨਜ਼ਰ ਬਟੂ ਲਾਇਆ ਤੇ ਸਮਝ ਲਓ ਜੇ ਸਿਫਤਾਂ ਭਲਵਾਨ ਵਾਲੀਆਂ ਉਹਨੂੰ ਕੋਈ ਸਮਝ ਆਇਆ ਉਹਨੂੰ ਕੋ ਤੂੰ ਜੁਮੇਰਾਤ ਨੂੰ ਤੇਲ ਮਲਣਾ ਕੋਈ ਮੈਂ ਨਹੀਂ ਮਲਦਾ ਦੀਵਾ ਬਾਲਣਾ ਇਹਦਾ ਮੰਨ ਲਓ ਉਹਨੂੰ ਕੰਮ ਦੱਸੋ ਉਹਨੂੰ ਸਵਾਲ ਕਰ ਲਓ ਆਪੇ ਪਤਾ ਲੱਗ ਜਾਓ ਖਾੜੇ ਦਾ ਪਹਿਲਵਾਨ ਹੈ ਕਿ ਨਹੀਂ ਹੈ ਇਹ ਸਾਰੇ ਬਦਮਾਸ਼ ਨੇ ਇਹਨਾਂ ਨੇ ਬਦਮਾਸ਼ੀ ਦੀ ਆੜ 'ਚ ਨਾ ਉਹ ਲਫ਼ਜ਼ ਐਡਾ ਵੱਡਾ ਹੈ ਉਹ ਵਲੀਆਂ ਦਾ ਲਫ਼ਜ਼ ਹੈ ਪਹਿਲਵਾਨ ਜਿਹਨੂੰ ਤੁਸੀਂ ਪਹਿਲਵਾਨ ਕਹਿਣਾ ਨਾ ਅਬਦੁਰ ਰਹਿਮਾਨ ਸਾਹਿਬ ਫੌਰੀ ਤੌਰ ਤੇ ਕਨਸੈਪਟ ਦੇਣ ਜਾਣਾ ਕਿ ਉਹ ਦਰਵੇਸ਼ ਹੈ ਪਹਿਲਵਾਨ ਹੈ ਤੇ ਇਹਨਾਂ ਨੇ ਉਹ ਵਲੀ ਦਾ ਜਿਹੜਾ ਟੈਗ ਚੁੱਕੋ ਤੇ ਲਾ ਰਹੇ ਹੈਗੇ ਬਦਮਾਸ਼ ਨੇ ਤੇ ਇਹ ਹੁਣ ਤੂੰ ਦੇਖ ਕੀ ਆ ਇਹ ਬੰਬ ਹੋ ਗਏ ਸਨ ਕਿਦੋਂ ਇਹ 2018-19 ਜਦੋਂ ਗੁਲਾਮ ਮਹਿਮੂਦ ਡੋਗਰ ਸਾਹਿਬ ਲਾਹੌਰ ਸਨ ਅਬਦੁਰ ਰਹਿਮਾਨ ਸਾਹਿਬ ਸੁਪਰਮੈਨ ਹੀ ਲੱਗਾ ਜੇ ਜਿੱਥੋਂ ਇਹ ਤੁਹਾਡੇ ਲਾਹੌਰ ਦਾ ਕਲਚਰ ਬਦਲਣਾ ਸ਼ੁਰੂ ਹੋਇਆ ਮੈਂ ਕਦੀ ਗਲਤ ਗੱਲ ਨਹੀਂ ਕਰਦਾ ਮੇਰੇ ਵੱਲੋਂ ਗੁਲਾਮ ਮਹਿਮੂਦ ਡੋਗਰ ਸਾਹਿਬ ਵਿਚਾਰੇ ਰਿਟਾਇਰ ਹੋ ਗਏ ਨੇ ਮੇਰੇ ਵੱਲੋਂ ਮੌਜੂਦਾ ਆਈਜੀ ਸਾਹਿਬ ਨੇ ਇਹ ਕੋਈ ਗੜਬੜ ਵਾਲੀ ਗੱਲ ਕਰਨਗੇ ਸਭ ਤੋਂ ਪਹਿਲੇ ਮੈਂ ਬੋਲਾਂ ਮੈਂ ਜੋ ਮੇਰੀ ਕੁਆਲਿਟੀ ਜਿਸ ਵਜ੍ਹਾ ਕਰਕੇ ਲੋਕ ਮੈਨੂੰ ਸੁਣਦੇ ਨੇ ਤੇ ਜਿਹੜਾ ਕੰਮ ਕਰੇਗਾ ਮੈਂ ਤੇ ਉਹਦੀ ਗੱਲ ਕਰਾਂ ਭਾਵੇਂ ਹੋਵੇ ਜਾਂ ਨਾ ਹੋਵੇ ਗੁਲਾਮ ਮਹਿਮੂਦ ਡੋਗਰ ਸਾਹਿਬ ਨਾਲ ਮੈਂ ਪ੍ਰੋਗਰਾਮ ਕਰ ਰਿਹਾ ਹਾਂ ਫੇਸਬੁੱਕ ਦੇ ਉੱਤੇ ਮੈਂ ਦੇਖਿਆ ਯਾਰ ਅਜੀਬ ਜਿਹੀਆਂ ਪੋਸਟਾਂ ਗੰਨਾਂ ਰੈਫਲਾਂ ਬਦਮਾਸ਼ੀ ਕੀ ਹੋ ਰਿਹਾ ਬਦਮਾਸ਼ਾਂ ਰੇਟਾਂ ਹੋਣੀਆਂ ਮੈਂ ਕਿਹਾ ਜੀ ਇਹਨਾਂ ਬਦਮਾਸ਼ਾਂ ਦੀਆਂ ਹਾਜ਼ਰੀਆਂ ਲਵਾਓ ਆਪੇ ਠੀਕ ਹੋ ਜਾਣਗੇ ਬਦਮਾਸ਼ ਥਾਣੇ ਗਏ ਨੇ ਕੀ ਇਹ ਗੰਦੇ ਹੋਏ ਨੇ ਇਹਨਾਂ ਨੂੰ ਪੌੜੀਆਂ ਬਾਦਾ ਐਸਾ ਜੋ ਨੇ ਇਹਨਾਂ ਦੀ ਮਿੱਟੀ ਪਲੀਤ ਕਰਤੀ ਦੌਰ ਸਖਤ ਸ਼ੁਰੂ ਹੋ ਗਿਆ ਅੱਗੋਂ ਆਏ ਨੇ ਡਾਕਟਰ ਉਸਮਾਨ ਅਨਵਰ ਸਾਹਿਬ ਉਹਨਾਂ ਨੇ ਆ ਕੇ ਆਈਜੀ ਪੰਜਾਬ ਦਾ ਚਾਰਜ ਲਿੱਤਾ ਹੈ ਉਹਨਾਂ ਨੇ ਮੇਰੇ ਪ੍ਰੋਗਰਾਮ ਆਲਰੇਡੀ ਨਾਲ ਚੱਲ ਰਹੇ ਸਨ ਅਬਦੁਰ ਰਹਿਮਾਨ ਸਾਹਿਬ ਲੈਟਰੀ 'ਚ ਲਿਆ ਵੀ ਅਸਰ ਕਰਦਾ ਹੈ ਜੋ ਮੈਂ ਪਹਿਲੇ ਦਿਨ ਤੋਂ ਫੇਸਬੁੱਕ ਤੋਂ ਲੈ ਕੇ ਅੱਜ YouTube ਤੱਕ ਲੋਕਾਂ ਨੂੰ ਦੱਸਦਾ ਹਾਂ ਨਾ ਆਪਣੇ ਅਦਾਰਿਆਂ ਨੂੰ ਦੱਸਦਾ ਹਾਂ ਆਪਣੇ ਕ੍ਰਿਮੀਨਲਸ ਨੂੰ ਜਿਹੜੇ ਕੋਈ ਸਮਝ ਲਓ ਸਾਡੇ ਲਾਹੌਰ ਦੇ ਨੇ ਉਹਨਾਂ ਨੂੰ ਜਿਹੜੀਆਂ ਖਬਰਾਂ ਦਿੰਦਾ ਹਾਂ ਲੋਕਾਂ ਨੂੰ ਦੁਸ਼ਮਣਦਾਰਾਂ ਨੂੰ ਜੋ ਸਟੋਰੀਆਂ ਦੱਸਦੇ ਆ ਲੋ ਜਿਹੜੀ ਗੱਲ ਮੈਂ ਕਰਦਾ ਆ ਰਿਹਾ ਨਾ ਥੱਲੇ ਇੱਕ ਬੰਦਾ ਕਹਿ ਦੇ ਕਿ ਲਾਹੌਰ 'ਚ ਉਸ ਤਰ੍ਹਾਂ ਨਹੀਂ ਹੁੰਦਾ ਆ ਰਿਹਾ ਤੇ ਮੇਰਾ ਪ੍ਰੋਗਰਾਮ ਕੱਲ ਤੋਂ ਦੇਖਣਾ ਬੰਦ ਕਰ ਦੇਣਾ ਮੈਂ ਜੋ ਕਹਿੰਦਾ ਆ ਰਿਹਾ ਕਿਉਂਕਿ ਮੈਂ ਅਲੱਗ ਨਜ਼ਰੀਆ ਰੱਖਣ ਵਾਲਾ ਬੰਦਾ ਵਾਂ ਡਾਕਟਰ ਉਸਮਾਨ ਅਨਵਰ ਸਾਹਿਬ ਨੇ ਆ ਕੇ ਨਾਲ ਸਾਡੇ ਪ੍ਰੋਗਰਾਮ ਚੱਲ ਰਹੇ ਸਨ ਉਹ ਵੀ ਵਾਚ ਕਰਦੇ ਹਨ ਪੁਲਿਸ ਵੀ ਉਹਨਾਂ ਨੂੰ ਭੇਜੀ ਸਾਰਾ ਇੱਕ ਬੰਦਾ ਜਿਹੜਾ ਸਹੀ ਗੱਲਾਂ ਕਰਦਾ ਪਿਆ ਉਹਨਾਂ ਨੇ ਉਸੇ ਚੀਜ਼ਾਂ ਨੂੰ ਜਿਹੜਾ ਨਾ ਉਹਨਾਂ ਨੇ ਬਿਲਕੁਲ ਉਹਨਾਂ ਨੇ ਫੋਲੋ ਕੀਤਾ ਔਰ ਫਾਲੋ ਕਰਕੇ ਜਿਹੜੇ ਨਤਾਇਜ ਉਹ ਦੇ ਗਏ ਨੇ ਇਹ ਹੁਣ ਅੱਜ ਉਹਦਾ ਨਤੀਜਾ ਹੈ ਕਿ ਅਮਨ ਨਾਲ ਸਾਰੇ ਬੈਠੇ ਨੇ ਇਹ ਕੋਈ ਕਦਮ ਸੈਸ਼ਨ ਉਹ ਫਿਰ ਅੱਡੀ ਹੋ ਹੀ ਜਾਂਦਾ ਕੋਈ ਉਹ ਸੈਸ਼ਨ ਪਰਸੋਂ ਬੰਦਾ ਮਰ ਗਿਆ ਲੋਕੀ ਉਹ ਇਹ ਚੱਲਦਾ ਐ ਨਹੀਂ ਯਾਰ ਕੰਮ ਨਹੀਂ ਰੁਕ ਸਕਦੇ ਗੱਲ ਹੈਗੀ ਜਰੈਮ ਪੇਸ਼ਾ ਗਾਇਬ ਹੋ ਗਏ ਮਨਸ਼ੀਆਤ ਖਤਮ ਹੋ ਗਈ ਅੱਜ ਸਰਿਆਮ ਤੇ ਕਮ ਗਾਇਬ ਹੋ ਗਿਆ ਇਹ ਡਾਕਟਰ ਉਸਮਾਨ ਅਨਵਰ ਸਾਹਿਬ ਦਾ ਕਮਾਲ ਹੈ ਹੁਣ ਡਾਕਟਰ ਉਸਮਾਨ ਅਨਵਰ ਸਾਹਿਬ ਦੇ ਥੱਲੇ ਅੱਲਾਹ ਤਾਲਾ ਇਹ ਹੁਣ ਜਿਹੜੇ ਹਾਲਾਤ ਜਾ ਰਹੇ ਨਾ
ਇਹ ਬੱਚਿਆਂ ਨੂੰ ਕਹਾਣੀਆਂ ਨੇ, ਬੱਚੇ ਹੁਣ ਸੁਣ ਰਹੇ ਹੈ ਤਲਵਾਰਾਂ ਨੇ ਸਿੱਖਾਂ ਦੇ ਸਿਰ, ਇਹ ਕੀ ਸੁਣਾ ਰਹੇ ਨੇ, ਉਹਨੂੰ ਕਹਾ ਜੂਆ ਕਰਾ ਲਾ, ਉਹਨੂੰ ਕਹਾ ਮੈਂ ਜੂਆ ਕਰਾਉਣਾ 22 ਦੇਰੀਆਂ, ਇਹ ਬੱਚਿਆਂ ਨੂੰ ਕਹਾਣੀਆਂ ਲੱਗ ਰਹੀਆਂ ਅਲੀ ਫਲੈਲਾ ਦੀਆਂ, ਲੇਕਿਨ ਇਹ ਜੈਨੂਨ ਮੈਂ ਉਹ ਤਰੀਕ ਹੀ ਦੱਸ ਰਿਹਾ ਨਾ। ਮੈਂ ਇਹ ਲੋੜ ਸ਼ਾਇਦ ਬਦਲਿਆ। ਤੁਹਾਡਾ ਸਵਾਲ ਬੜਾ ਅੱਛਾ ਹੈ ਕਿ ਕਮਲ ਕਮ ਕਿਸੇ ਨੂੰ ਪਹਿਲਵਾਨ ਸੀ, ਉਹ ਤਾਂ ਕੁਝ ਸਭ ਤੋਂ ਪਹਿਲੇ ਪੁੱਛੋ ਯਾਰ ਹੈ ਪਹਿਲਵਾਨ ਹੈ ਕਿ ਪਹਿਲਵਾਨ ਹੈ? ਨਾਲੇ ਅਗਰ ਲੈਟਸ ਸੇ ਕਿ ਬਦਮਾਸ਼ ਵੀ ਹੈ, ਇਹ ਬਿਲਕੁਲ ਕੰਗਣਾ ਕੋਈ ਨਜਾਇਜ਼ ਸੋਚ ਨਹੀਂ। ਨਹੀਂ ਡਾਕਟਰ ਸਾਹਿਬ ਮੈਂ ਤੁਹਾਨੂੰ ਬਦਮਾਸ਼ ਵੀ ਜਿਹੜਾ ਨਾ ਲਫ਼ਜ਼, ਬਦਮਾਸ਼ ਦਾ ਲਫ਼ਜ਼ ਜਿਹੜਾ ਨਾ ਇਹ ਵੀ ਲਫ਼ਜ਼ ਜਿਹੜਾ ਕਨਸੈਪਟ ਦੇਣ 'ਚ ਗਲਤ ਨਹੀਂ ਇਹ ਲਿਆਂਦਾ। ਅਸੀਂ ਹੱਡੇ ਵਰਤੇ ਲੋਕ ਹਾਂ, ਬਦਮਾਸ਼ ਦੇ ਵਿੱਚ ਵੀ ਆਂਦਾ ਸੀ, ਉਹਨਾਂ ਦੇ ਅਸੂਲ ਹੁੰਦੇ ਸਨ। ਉਹ ਮਹੱਲੇ 'ਚ ਉਹਨਾਂ ਧੀਆਂ ਭੈਣਾਂ ਨੂੰ ਉਹਨਾਂ ਨੇ ਕੋਈ ਸ਼ਰਾਬ ਪੀਣੀ ਨਾ, ਕਿਸੇ ਦਾ ਘਰ ਦਾ ਬੂਹਾ ਖੜਕਾ ਕੇ ਬਰਫ਼ ਲੈਣੀ ਹੈ ਤੇ ਉਹਨਾਂ ਕਹਿੰਦਾ ਬਾਜੀ ਥੋੜੀ ਬਰਫ਼ ਦੇ ਦੇ, ਪੀਣੀ ਉਹਨਾਂ ਨੇ ਸ਼ਰਾਬ ਹੈ, ਉਹ ਬੈਕਵਰਡ ਬਦਮਾਸ਼ ਦਾ। ਲੇਕਿਨ ਬਦਮਾਸ਼ ਦਾ ਲਫ਼ਜ਼ ਵੀ ਐਡਾ ਬੁਰਾ ਨਹੀਂ। ਆਹੋ ਪੁਰਾਣੇ ਲੋਕਾਂ ਨੇ ਅਸੀਂ ਸੁਣਿਆ ਹੈ, ਲੋਕੀ ਤੰਗ ਨਹੀਂ ਸਨ। ਇਹ ਹੁਣ ਤੇ ਇਹ ਹੁਣ ਆ ਕੇ ਜਿਹੜਾ ਯਾਨੀ ਇਹ 2 ਸਾਲ ਤੋਂ ਪਹਿਲੇ, ਇਹ ਹੁਣ 2 ਸਾਲਾਂ 20 ਸਾਲਾਂ ਤੋਂ ਨਹੀਂ 2 ਸਾਲ ਤੋਂ ਤਾਂ ਕਾਫੀ ਕੰਮ ਕੰਟਰੋਲ ਹੋ ਗਿਆ। ਹੁਣ ਤੇ ਹੋ ਗਿਆ ਨਾ, ਮੈਂ ਤੇ ਪਿਛੇ ਓਵਰਆਲ ਹੈ ਸਾਰਾ ਚੱਲਦਾ। ਇਹੜਾ ਲਫ਼ਜ਼ ਬਦਮਾਸ਼ ਦਾ ਨਾ, ਇਹ ਮੇਰੀ ਗੱਲ ਯਾਦ ਰੱਖਣਾ, ਇਹ ਲਫ਼ਜ਼ ਅੱਛਾ ਨਹੀਂ ਹੈਗਾ। ਤੇ ਤੁਸੀਂ ਹੁਣ ਦੇਖੋ ਕਿ ਹੁਣ ਬੱਚੇ ਜਿਹੜੇ ਨਾ ਆਪਣੇ ਨੂੰ ਬਦਮਾਸ਼ ਨਹੀਂ ਕਹਿੰਦੇ, ਉਹ ਕਹਿੰਦੇ ਨੇ ਡੌਨ। ਮਾਡਰਨਾਈਜ਼ ਹੋ ਗਿਆ, ਇਹ ਮਾਡਰਨ ਸਦੀ 'ਚ ਆ ਗਿਆ। ਅਕਸਰ ਦੇਖੇ ਮੁੰਡੇ ਇਹਨਾਂ ਨੇ ਡੌਨ, ਉਹੀ ਪਹਿਲਵਾਨ ਪਹਿਲਵਾਨ ਬਣਿਆ, ਅੱਗੋਂ ਬਦਮਾਸ਼ ਬਣਿਆ, ਉਹਨਾਂ ਕੋਲ ਨਵੇਂ ਉਹ ਬਦਮਾਸ਼ ਖਤਮ। ਕਿਉਂਕਿ ਬਦਮਾਸ਼ ਦੇ ਨਾਲ ਨਾ ਜ਼ੇਨ 'ਚ ਆਉਂਦਾ ਹੈ, ਬਦਮਾਸ਼ ਸ਼ਲਵਾਰ ਕਮੀਜ਼ ਪਾਉਂਦਾ ਹੈਗਾ, ਢੋਲ ਗਲੇ 'ਚ ਹੈਗਾ, ਬਦਮਾਸ਼ ਭਾਈ ਸਾਹਿਬ ਦਾ ਜਿਹੜਾ ਪਹਿਲਵਾਨ ਜਿਵੇਂ ਉਹ ਪਹਿਲਵਾਨ ਆਉਂਦਾ ਤੇ ਭਲਵਾਨ ਜੀ ਪੈਂਟ ਸ਼ਰਟ ਉਹਨੇ ਪਾਈ, ਉਹ ਕਿੱਥੋਂ ਦਾ ਪਹਿਲਵਾਨ? ਫਿਰ ਉਸ ਲਫ਼ਜ਼ ਨੂੰ ਚੇਂਜ ਕਰਕੇ ਉਹਦੀ ਡਰੈਸਿੰਗ ਦੇ ਮੁਤਾਬਕ ਉਹਨੂੰ ਡਾਊਨ ਬਣਾ ਦਿੱਤਾ ਗਿਆ। ਇਹ ਹੁਣ ਡਾਊਨ ਸਨ ਜਿਹੜੇ ਹੈਗੇ ਸਨ, ਹੁਣ ਤਾਂ ਬਿਲਕੁਲ ਹੀ ਨਹੀਂ ਹੈਗੇ, ਹੁਣ ਡਾਊਨ ਹੀ ਹੋ ਗਏ। ਫੈਸਲ ਕਾਮਰਾਨ ਸਾਹਿਬ ਨੇ ਕੈਂਕਰ ਨੇ ਸਵਾਲ ਕੀਤਾ, ਉਹਨੇ ਕਹਾ ਜੀ ਇਹ ਲਾਹੌਰ 'ਚ ਬਦਮਾਸ਼ੀ ਕਲਚਰ ਹੈ, ਕੋਈ ਲਾਹੌਰ 'ਚ ਬਦਮਾਸ਼ ਤੇ ਹੀ ਹੈ ਉਹ। ਉਹਨੇ ਕਹਾ 10 ਕਿਹੜਾ ਹੈਗਾ, ਸ਼ਾਮ ਦਾ ਲੈਣ ਹੈ। ਜਦੋਂ ਨਾ ਮਜ਼ਾ ਤੇ ਆਇਆ ਨਾ, ਤੇ ਉਹਨਾਂ ਦੀ ਗੱਲ ਸੁਣ ਕੇ ਉਹ ਐਡਾ ਕਲਿੱਪ ਵਾਇਰਲ ਹੋਇਆ ਫੈਸਲ ਕਾਮਰਾਨ ਸਾਹਿਬ ਦਾ, ਤੁਹਾਨੂੰ ਦੱਸ ਨਹੀਂ ਸਕਦਾ ਕੈਸੀ ਖੂਬਸੂਰਤ ਗੱਲ ਹੈ। ਉਹਨਾਂ ਕਹਿੰਦਾ ਲਿਆ 10 ਕਿਹੜਾ ਮੈਂ ਪੜ੍ਹ ਲਿਆ ਨਾ, ਯਾਨੀ ਉਹਨੂੰ ਕੰਮ ਖਤਮ ਹੋ ਗਿਆ। ਇਹ ਕਹਾਣੀਆਂ ਬੱਚਿਆਂ ਨੂੰ ਸਕੂਲੋਂ ਮੈਂ ਸੁਣਾਉਂਦਾ ਰਹਿਣਾ, ਤੁਸੀਂ ਸਵਾਲ ਕਰਦੇ ਕਿ ਪ੍ਰੋਗਰਾਮ ਕਰਨਾ ਹੁੰਦਾ ਤੇ ਦੂਸਰਾ ਇਨਫੋਰਮੇਸ਼ਨ ਦੇਣੀ ਹੁੰਦੀ। ਐਕਚੁਅਲ ਉਹਨਾਂ ਨੂੰ ਫਰਕ ਵੀ ਇਹਨਾਂ ਨੂੰ ਪਤਾ ਚੱਲੇ ਨਾ ਕਿ ਹਰ ਬੰਦੇ ਨੂੰ ਐਵੇਂ ਨਾ ਸਮਝਦੇ ਫਿਰਨ ਕਿ ਜੀ ਹੈਗਾ ਵਿੱਚੋਂ ਕੁਝ ਵੀ ਨਹੀਂ ਹੈ। ਜੇ ਪਤਾ ਨਹੀਂ ਉਹਨੂੰ ਬਹਾਦਰ ਸਮਝ ਗਏ, ਜੀਦਾਰ ਸਮਝ ਗਏ, ਡੇਰੇਦਾਰ ਸਮਝ ਲਿਆ ਤੇ ਹੁੰਦਾ ਕੁਝ ਵੀ ਨਹੀਂ। ਤੇ ਲਿਆਦਾ ਤੁਸੀਂ ਜਿਹੜਾ ਨਾ ਮੇਰੇ ਪ੍ਰੋਗਰਾਮ ਬਕਾਇਦਗੀ ਨਾਲ ਦੇਖਿਆ ਕਰੋ, ਉਹਨਾਂ ਬੜੇ ਬੜੇ ਕੰਮ ਦੀਆਂ ਗੱਲਾਂ ਹੁੰਦੀਆਂ ਤੇ ਜਿਹੜੀ ਕੋਈ ਸਮਝ ਆਵੇ ਉਹਨਾਂ ਨੂੰ ਫੌਰੀ ਤੌਰ ਤੇ ਸੇਵ ਕਰ ਲਿਆ ਕਰੋ, ਸਾਰੀ ਜ਼ਿੰਦਗੀ ਤੁਹਾਡੇ ਕੰਮ ਆਏਗੀ।